सत श्री अकाल। न्यूज़ 18 पंजाब हरियाणा हिमाचल देख रहे सारे दर्शकों का स्वागत। मैं अमृत वर्दी। बुलेटिन की शुरुआत करते हैं वड्डी खबर दे नाल। मानसा दे पिंड आलूपुर दे विच नहर दे विच पाड़ पिया है। नहर दे विच करीब 20 फुट दा पाड़ पिया है ते करीब 100 एकड़ फसल दे विच पानी भर गया है। पानी भरन दे नाल कणक अते सब्जियां नूं नुकसान हो रहा है। किसान मुआवजे की मंग कर रहे ने। एक ही साल दे विच 5 वार नहर टुट चुकी है। तो लोग परेशान ने। मानसा दे पिंड आलूपुर दे विच नहर दे विच पाड़ पै गया, जिस कारण किसानां दी कणक दी कई एकड़ फसल बर्बाद हो गई है। 100 एकड़ के करीब फसल दे विच पानी भर गया है। कट्टन दे किनारे जो कणक खड़ी सी वो इस वेले पानी दे विच बर्बाद हो चुकी है। किसानां दा कहना है कि नहर दी साफ सफाई ना होने कारण एक ही साल दे विच नहर 5 वार टुट चुकी है। इस ਲਈ ਨਹਿਰੀ ਵਿਭਾਗ ਨੂੰ ਸ਼ਿਕਾਇਤਾਂ ਵੀ ਕੀਤੀਆਂ ਗਈਆਂ, ਪਰ ਨਹਿਰੀ ਵਿਭਾਗ ਕੋਈ ਧਿਆਨ ਨਹੀਂ ਦੇ ਰਿਹਾ। ਦੂਜੇ ਪਾਸੇ ਪੰਜਾਬ ਤੇ ਹਰਿਆਣਾ ਨਹਿਰੀ ਵਿਭਾਗ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ, ਪਰ ਇਸ ਵੇਲੇ ਜਿਨ੍ਹਾਂ ਕਿਸਾਨਾਂ ਦੀ ਫਸਲ ਬਰਬਾਦ ਹੋਈ ਹੈ ਉਹ ਮੁਆਵਜ਼ੇ ਦੀ ਮੰਗ ਕਰ ਰਹੇ ਨੇ, ਕਿਉਂਕਿ ਇੱਕ ਹੀ ਸਾਲ ਦੇ ਵਿੱਚ ਇੱਕ ਨਹੀਂ, ਦੋ ਨਹੀਂ, ਬਲਕਿ 5 ਵਾਰ ਇਸ ਨਹਿਰ ਦੇ ਵਿੱਚ ਪਾੜ ਪਿਆ ਹੈ। 5 ਵਾਰ ਇਹ ਨਹਿਰ ਟੁੱਟ ਚੁੱਕੀ ਹੈ। आपस एक हरियाणे वाली भी अपनी नहर की सफाई नहीं करते। इतने पुल आ जी, पुल के गंद लगन कारण ये दूसरी नहर का पानी पंजाब वाली नहर में पै जाता है जी। इसलिए दोवें नहर उछल जांदियां, इस करके साल में 4-5 बारी ये नहर टुट जाती है वार वार जी। इतों टुटी, पिछली बार उतों टुटी सी, एक बार उतों पिछे फिर टुट गई सी। आज बार असीं बंदे हैं जी, घट तो 2-250 किले का नुकसान हो चुका है जी। सफाई ਇਹਦੀ ਹੁੰਦੀ ਹੈ ਪੀਰੀਓਡਿਕਲੀ, ਪਰ ਕਈ ਵਾਰ ਜਦੋਂ ਸਪਲਾਈ ਆਉਂਦੀ ਹੈ ਨਾ ਪਿੱਛੋਂ ਕੋਈ ਜਾਂ ਤਾਂ ਪਸ਼ੂ ਵਗੈਰਾ ਫਸ ਗਿਆ ਰਾਤ ਨੂੰ ਸਾਡੇ ਬੰਦੇ ਇੱਥੇ ਸੀਗੇ 2-2:30 ਵਜੇ, ਉਹ ਸਾਫ਼ ਕਰਕੇ ਗਿਆ। ਉਸ ਤੋਂ ਬਾਅਦ ਕੋਈ ਪਸ਼ੂ ਵਗੈਰਾ ਫਸਣ ਕਰਕੇ ਇਹਦੀ ਜਿਹੜੀ ਚੋਕ ਹੋਇਆ ਸਾਈਫਨ ਉਹ ਹੁਣ ਕਲੀਅਰ ਕਰਵਾ ਦਾਂਗੇ ਤੇ ਸਪਲਾਈ ਨਾਰਮਲ ਹੋ ਜਾਏਗੀ। ਤਾਂ ਫਿਲਹਾਲ ਕਿਸਾਨ ਮੁਆਵਜ਼ੇ ਦੀ ਮੰਗ ਕਰ ਰਹੇ ਨੇ। ਮਾਨਸਾ ਤੋਂ ਬਲਦੇਵ ਸ਼ਰਮਾ ਸਾਡੇ ਸਹਿਯੋਗੀ ਜ਼ਿਆਦਾ ਜਾਣਕਾਰੀ ਲਈ ਜੁੜੇ ਨੇ। ਤਾਂ ਬਲਦੇਵ, ਸਿੱਧੇ ਤੌਰ ਤੇ ਨਹਿਰੀ ਵਿਭਾਗ ਦੀ ਲਾਪਰਵਾਹੀ ਹੈ ਕਿ ਇੱਕ ਹੀ ਸਾਲ ਦੇ ਵਿੱਚ 5 ਵਾਰ ਨਹਿਰ ਦੇ ਵਿੱਚ ਪਾੜ ਪਿਆ, ਨਹਿਰ ਟੁੱਟੀ, ਪਰ ਅਜੇ ਤੱਕ ਕੋਈ ਧਿਆਨ ਨਹੀਂ। ਫਿਲਹਾਲ ਸਥਿਤੀ ਕਿਸ ਤਰ੍ਹਾਂ ਦੀ ਹੈ? ਜੀ ਅਮਰਤਾ, ਮਾਨਸਾ ਜ਼ਿਲ੍ਹੇ ਦੇ ਪਿੰਡ ਆਲੂਪੁਰ ਦੇ ਵਿੱਚ ਨਹਿਰ 'ਚ ਪਾੜ ਪਿਆ ਹੈ। ਕਰੀਬ 25 ਫੁੱਟ ਪਾੜ ਪੈਣ ਕਾਰਨ 250 ਏਕੜ ਹੈ ਜਿਹੜੀ ਫਸਲ ਹੁਣ ਤੱਕ ਬਰਬਾਦ ਹੋ ਚੁੱਕੀ ਸੀ। ਪੰਜਾਬ ਤੇ ਹਰਿਆਣਾ ਦੀ ਸਾਂਝੀ ਨਹਿਰ ਹੈ ਜਿੱਥੇ ਪਾੜ ਪੈਂਦਾ ਹੈ। ਹਰਿਆਣੇ ਵਾਲੇ ਆਪਦੀ ਸਫਾਈ ਨਹੀਂ ਕਰਦੇ, ਪੰਜਾਬ ਵਾਲੀ ਆਈ ਰੱਬ ਦੇ ਭਰੋਸੇ ਹੈ ਜਿਹੜੀ ਇਹ ਨਹਿਰ ਛੱਡ ਰੱਖੀ ਹੈ, ਜਿਹਦੇ ਨਾਲ ਸਾਲ 'ਚ 5 ਵਾਰੀ ਇਹ ਨਹਿਰ ਟੁੱਟ ਚੁੱਕੀ ਹੈ। ਪਿੰਡ ਵਾਲਿਆਂ ਨੇ ਆਪਣੇ ਪੱਧਰ ਤੇ ਇਸ ਪਾੜ ਨੂੰ ਪੂਰਿਆਗਾ। ਉਸ ਤੋਂ ਬਾਅਦ ਵਿਭਾਗ ਆਉਂਦਾ, ਸਥਿਤੀ ਦਾ ਜਾਇਜ਼ਾ ਲੈਂਦਾ ਹੈ, ਪਰ ਕਿਸਾਨਾਂ ਦੀ ਫਸਲ ਕਿੰਨੀ ਬਰਬਾਦ ਹੋਈ ਹੈ ਇਸ ਦੀ ਕਿਸੇ ਨੂੰ ਪਰਵਾਹ ਨਹੀਂ। ਇੱਕ ਦੂਜੇ ਤੇ ਦੋਸ਼ ਲਾਏ ਜਾ ਰਹੇ ਨੇ ਕਿ ਹਰਿਆਣੇ ਦੀ ਜ਼ਿੰਮੇਵਾਰੀ ਹੈ, ਪੰਜਾਬ ਦੀ ਹੈ। ਇਸ ਕਰਕੇ ਕਿਸਾਨਾਂ ਦਾ ਕਹਿਣਾ ਹੈ ਕਿ ਇਸ ਨਹਿਰ ਦਾ ਕੋਈ ਪੱਕਾ ਹੱਲ ਕੀਤਾ ਜਾਵੇ, ਕਿਉਂਕਿ ਹਰ ਸਾਲ ਜਿਹੜੀ ਪੱਕੀ ਫਸਲ ਹੈ ਬਰਬਾਦ ਹੋ ਜਾਂਦੀ ਹੈ। ਹੁਣ 250 ਏਕੜ ਫਸਲ ਦਾ ਕੌਣ ਜ਼ਿੰਮੇਵਾਰ ਹੈ, ਇਸ ਨੂੰ ਲੈ ਕੇ ਕਿਸਾਨ ਚਿੰਤਤ ਹੈ ਤੇ ਉਹਨਾਂ ਨੇ ਮੁਆਵਜ਼ੇ ਦੀ ਮੰਗ ਕੀਤੀ ਹੈ। ਫਿਲਹਾਲ ਜਿਹੜਾ ਪਾੜ ਹੈ ਉਹ ਪੂਰ ਦਿੱਤਾ ਗਿਆ ਪਿੰਡ ਵਾਲਿਆਂ ਨੇ ਆਪਣੇ ਪੱਧਰ। ਹਾਂ, ਤਾਂ ਫਿਲਹਾਲ ਬਲਦੇਵ ਇਸ ਵਾਰ ਵੀ ਪਿੰਡ ਵਾਲੇ ਨੇ ਆਪਣੇ ਪੱਧਰ ਤੇ ਹੀ ਆਰਜ਼ੀ ਜੁਗਾੜ ਕਰ ਲਿਆ ਹੈ। ਨਹਿਰੀ ਵਿਭਾਗ ਦੇ ਵੱਲੋਂ ਦਾਅਵਾ ਹੀ ਕੀਤਾ ਜਾ ਰਿਹਾ ਹੈ ਜਾਂ ਫਿਰ ਕੋਈ ਕਾਰਵਾਈ ਵੀ ਸ਼ੁਰੂ ਕੀਤੀ ਹੈ? ਨਹੀਂ, ਬਿਲਕੁਲ ਅਮਰਤਾ, ਹੁਣ ਤੱਕ ਜਿਹੜਾ ਪਾੜ ਪੂਰਿਆ ਗਿਆ ਉਹ ਸਿਰਫ ਕੱਚੀ ਤੌਰ ਤੇ, ਆਰਜੀ ਤੌਰ ਤੇ ਉਸ ਦਾ ਪਾਣੀ ਹੈ ਜਿਹੜਾ ਬੰਦ ਕੀਤਾ, ਕਿਉਂਕਿ ਪਿੱਛੋਂ ਪਾਣੀ ਦੀ ਸਪਲਾਈ ਬੰਦ ਕੀਤੀ ਜਾ ਚੁੱਕੀ ਹੈ, ਪਰ ਪੱਕੇ ਤੌਰ ਤੇ ਇਸ ਦਾ ਕੋਈ ਹੱਲ ਨਹੀਂ ਕੱਢਿਆ ਗਿਆ। ਪਿੰਡ ਵਾਲੇ ਇਹੀ ਮੰਗ ਕਰ ਰਹੇ ਕਿ ਹਰ ਸਾਲ ਇਹ 5-6 ਵਾਰ ਸਾਲ 'ਚ ਕੁੱਕ ਜਾਂਦੀ ਹੈ, ਇਸ ਦਾ ਕੋਈ ਸਥਾਈ ਹੱਲ ਕੀਤਾ ਜਾਵੇ। ਪਰ ਹਰ ਤਰ੍ਹਾਂ ਦੀ ਜਿਹੜਾ ਨਹਿਰੀ ਵਿਭਾਗ ਹੈ ਆਪਣਾ ਪੱਲਾ ਝਾੜ ਕੇ ਤੁਰਦਾ ਬਣਿਆ। ਪਿੰਡ ਵਾਲਿਆਂ ਨੇ ਆਪਣੇ ਪੱਧਰ ਤੇ ਫਿਲਹਾਲ ਆਰਜੀ ਤੌਰ ਤੇ ਇਹਨੂੰ ਬੰਦ ਕਰ ਦਿੱਤਾ। ਜੀ ਬਲਦੇਵ, ਸ਼ੁਕਰੀਆ ਫਿਲਹਾਲ ਇਸ तमाम ਜਾਣਕਾਰੀ ਦੇ ਲਈ। ਮਾਨਸਾ ਦੇ ਪਿੰਡ ਆਲੂਪੁਰ ਦੇ ਵਿੱਚ ਨਹਿਰ ਦੇ ਵਿੱਚ ਪਾੜ ਪਿਆ ਹੈ। ਨਹਿਰੀ ਵਿਭਾਗ ਦੀ ਸਿੱਧੇ ਤੌਰ ਤੇ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ, ਕਿਉਂਕਿ ਇੱਕ ਹੀ ਸਾਲ ਦੇ ਵਿੱਚ 5 ਵਾਰ ਨਹਿਰ ਟੁੱਟ ਚੁੱਕੀ ਹੈ, ਪਰ ਬਾਵਜੂਦ ਇਸ ਦੇ ਕੋਈ ਵੀ ਅਜੇ ਤੱਕ ਮੁਰੰਮਤ ਦਾ ਕੰਮ ਇੱਥੇ ਸ਼ੁਰੂ ਨਹੀਂ ਹੋਇਆ ਹੈ। ਇੱਥੋਂ ਤੱਕ ਕਿ ਜੋ ਹੁਣ ਵੀ ਪਾੜ ਪੂਰਿਆ ਗਿਆ ਹੈ ਉਹ ਵੀ ਲੋਕਾਂ ਨੇ ਆਰਜ਼ੀ ਤੌਰ ਤੇ ਆਪਣੇ ਵੱਲੋਂ ਹੀ ਉਸ ਦਾ ਕੰਮ ਚਲਾਇਆ ਹੈ। ਤੇ ਗੱਲ ਕਰਦੇ ਹਾਂ ਮੋਹਾਲੀ ਦੀ, ਜਿੱਥੇ ਸ਼ਰੇਆਮ ਗੁੰਡਾਗਰਦੀ ਹੋਈ ਹੈ। ਇੱਥੇ ਪ੍ਰਾਪਰਟੀ ਡੀਲਰ ਤੇ ਜਾਨਲੇਵਾ ਹਮਲਾ ਹੋਇਆ ਹੈ। ਦਫ਼ਤਰ ਦੇ ਬਾਹਰ ਤਾਬੜਤੋੜ ਫਾਇਰਿੰਗ ਕੀਤੀ ਗਈ ਹੈ। ਵਾਲ-ਵਾਲ ਪ੍ਰਾਪਰਟੀ ਡੀਲਰ ਦੀ ਜਾਨ ਬਚੀ ਹੈ, ਪਰ ਜੋ ਨੁਕਸਾਨ ਕਾਫੀ ਹੋ ਗਿਆ ਹੈ। ਮੋਹਾਲੀ ਦੇ ਵਿੱਚ ਇਹ ਸ਼ਰੇਆਮ ਗੁੰਡਾਗਰਦੀ ਦਿਨੇ ਦਿਹਾੜੀ ਕੀਤੀ ਗਈ ਹੈ। ਇੱਕ ਪ੍ਰਾਪਰਟੀ ਡੀਲਰ ਤੇ ਜਾਨਲੇਵਾ ਹਮਲਾ ਕੀਤਾ ਗਿਆ ਹੈ।
ਤਾਂ ਇੱਥੇ ਕਿਹਾ ਜਾ ਰਿਹਾ ਹੈ ਕਿ ਕਰੀਬ 20 ਤੋਂ 25 ਲੋਕ ਆਏ ਜਿਨ੍ਹਾਂ ਨੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ। ਹਾਲਾਂਕਿ ਗਣੀਮਤ ਰਹੀ ਕਿ ਜੋ ਹਮਲਾਵਰਾਂ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਉਹ ਦੂਰੋਂ ਚਲਾਈਆਂ ਗਈਆਂ, ਜਿਸ ਕਾਰਨ ਜਾਨ ਪ੍ਰਾਪਰਟੀ ਡੀਲਰ ਦੀ ਬਾਲ-ਬਾਲ ਬਚ ਗਈ ਹੈ। ਪਰ ਫਿਲਹਾਲ ਦਹਿਸ਼ਤ ਦਾ ਮਾਹੌਲ ਜ਼ਰੂਰ ਹੈ ਇਲਾਕੇ ਦੇ ਵਿੱਚ। मनोज राठी साडे सहयोगी ज्यादा जानकारी ਲਈ जुड़े ने। मनोज, की पूरा मामला है, आखिरकार कौन लोग ने ते की कार्रवाई हुई है? अमृत ये जी फायरिंग हुई है ਇਹਦੇ ਵਿੱਚ ਗਗਨਦੀਪ ਕੌਰ ਜਿਹੜੀ ਇੱਕ ਪ੍ਰਾਪਰਟੀ ਡੀਲਰ ਹੈ, ਇਹ ਖਰੜ ਦੇ ਝੁੱਗੀਆਂ ਪਿੰਡ 'ਚ ਇਹਦਾ ਆਫਿਸ ਹੈ। ਇਹਦੇ ਵਿੱਚ ਇਹਨੇ ਜਿਹੜੇ ਐਲੀਗੇਸ਼ਨ ਲਾਇਆ ਤੇ ਸਾਡੇ ਕੋਲ ਵੀਡੀਓ ਵੀ ਜਿਹੜੀ ਸਾਹਮਣੇ ਆਈ ਹੈ, ਉਹਨੇ ਸਾਫ਼ ਤੌਰ ਤੇ ਕਿਹਾ ਕਿ ਕਾਫੀ ਦਿਨਾਂ ਤੋਂ ਇੱਕ ਪੋਲੀਟੀਕਲ ਪਾਰਟੀ ਦਾ ਬੰਦਾ, ਉਹਨੇ ਪੋਲੀਟੀਕਲ ਪਾਰਟੀ ਦਾ ਬੰਦਾ ਦਾ ਨਾਂ ਦੱਸਿਆ ਕਿ ਉਹਦੇ ਕਰਕੇ ਕਾਫੀ ਦਿਨੋਂ ਤੋਂ ਉਹਨਾਂ ਦਾ ਰੰਜਿਸ਼ ਚੱਲ ਰਹੀ ਸੀ, ਕਾਫੀ ਛੇੜਛਾੜ ਵੀ ਉਹ ਕਰਦਾ ਸੀਗਾ, ਗਲਤ ਕਮੈਂਟ ਵੀ ਕਰਦਾ ਸੀ ਤੇ ਉਹਦੇ ਕੰਮ 'ਚ ਇੰਟਰਫੇਅਰ ਵੀ ਕਰਦਾ ਸੀ। ਲੇਕਿਨ ਕੱਲ ਜਦ ਜਿੱਥੇ ਕਿਸਾਨਾਂ ਦਾ ਕਾਫੀ ਅੰਦੋਲਨ ਚੱਲ ਰਿਹਾ ਸੀ, ਉੱਥੇ ਰੋਡ ਬਲੌਕ ਸੀ, ਸ਼ਾਮ ਜੀ ਨੂੰ ਉਹ ਆਪਣੇ ਆਫਿਸ ਪਹੁੰਚੀ ਦੇਰ ਸ਼ਾਮ ਨੂੰ ਤੇ ਉੱਥੇ ਉਹਦੇ ਆਫਿਸ ਦੇ ਬਾਹਰ ਕਰੀਬ 25 ਤੋਂ 30 ਜਿਹੜੇ ਪਰਸਨ, ਜਿਹਦੇ ਵਿੱਚ ਉਹ ਪਰਸਨ ਵੀ ਮੌਜੂਦ ਸੀਗਾ, ਉਹਨੇ ਤਾਬੜਤੋੜ ਜਿਹੜੀ ਹੈ ਫਾਇਰਿੰਗ ਕੀਤੀ। ਹਾਲਾਂਕਿ ਉਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਨੁਕਸਾਨ ਜਿਹੜਾ ਹੈਗਾ, ਉਹਦੇ ਜਾਨ ਬਚ ਗਈ ਹੈ। ਉਹਦੇ ਆਫਿਸ ਤੋਂ ਥੋੜੀ ਦੂਰ ਤੱਕ ਉਹਨੇ ਗਾਲਾਂ ਵੀ ਕੱਢੀ, ਜਿਹੜੇ ਬੰਦੇ ਉੱਥੇ ਪਹੁੰਚੇ ਸੀਗੇ, ਕਾਫੀ ਗੱਡੀਆਂ 'ਚ 25 ਤੋਂ 30 ਬੰਦੇ ਉੱਥੇ ਪਹੁੰਚੇ ਸੀ ਤੇ ਉਹਨਾਂ ਨੇ ਤਾਬੜਤੋੜ ਫਾਇਰਿੰਗ ਕੀਤੀ ਹੈ। ਤੇ ਉਸ ਤੋਂ ਬਾਅਦ ਕਾਫੀ ਦੇਰ ਤੱਕ, ਬੜੀ ਹੈਰਾਨ ਕਰ ਦੇਣ ਵਾਲੀ ਇੱਥੇ ਗੱਲ ਇਹ ਹੈ ਕਿ ਕਾਫੀ ਦੇਰ ਤੱਕ ਉੱਥੇ ਉਹ ਖੜੇ ਰਹੇ, ਉਹਨਾਂ ਨੇ ਫਾਇਰਿੰਗ ਵੀ ਕੀਤੀ, ਉਹਨਾਂ ਨੇ ਗਾਲਾਂ ਵੀ ਕੱਢੀ। ਉਸ ਤੋਂ ਬਾਅਦ ਉਹਨਾਂ ਨੇ ਧਮਕੀ ਵੀ ਦਿੱਤੀ, ਜਿਹਨੂੰ ਤੁਸੀਂ ਬੁਲਾਣਾ ਹੈ ਬੁਲਾ ਲਓ। ਤੇ ਕਾਫੀ ਉੱਥੇ ਡਰ ਦਾ ਮਾਹੌਲ ਸੀ, ਲੇਕਿਨ ਉੱਥੇ ਪੁਲਿਸ ਨਹੀਂ ਪਹੁੰਚੀ। ਕਾਫੀ ਦੇਰ ਬਾਅਦ ਉੱਥੇ ਜਦ ਪੁਲਿਸ ਪਹੁੰਚੀ, ਉਹ ਨਿਕਲ ਗਏ ਸੀਗੇ, ਫਰਾਰ ਹੋ ਚੁੱਕੇ ਸੀ। ਤੇ ਹੁਣ ਪੁਲਿਸ ਪੂਰਾ ਜਿਹੜਾ ਹੈਗਾ ਐਕਸ਼ਨ ਪਲਾਨ ਦੀ ਗੱਲ ਕਰ ਰਹੀ ਹੈ, ਕਾਰਵਾਈ ਦੀ ਗੱਲ ਕਰ ਰਹੀ ਹੈ, ਜਾਂਚ ਦੀ ਗੱਲ ਕਰ ਰਹੀ ਹੈ, ਲੇਕਿਨ ਹਾਲਾਤ ਤੱਕ ਕਿਸੇ ਦੀ ਕੋਈ ਜਿਹੜੀ ਗ੍ਰਿਫਤਾਰੀ ਹੈ ਉਹ ਇਸ ਪੂਰੇ ਮਾਮਲੇ 'ਚ ਨਹੀਂ ਹੋਈ ਸੀ। ਲਾਅ ਐਂਡ ਆਰਡਰ ਦੀ ਗੱਲ ਜ਼ਰੂਰ ਕੀਤੀ ਜਾਂਦੀ ਹੈ, ਲੇਕਿਨ ਸ਼ਰੇਆਮ ਗੁੰਡਾਗਰਦੀ ਜਿਹੜੀ ਹੈ ਉਹ ਵੇਖਣ ਨੂੰ ਮਿਲੀ ਹੈ। ਔਰ ਹੁਣ ਲੇਡੀ ਜਿਹੜੀ ਹੈਗੀ ਜਿਹਨੇ ਐਲੀਗੇਸ਼ਨ ਲਾਇਆ, ਗਗਨਦੀਪ ਕੌਰ, ਉਹ ਇੱਕ ਪ੍ਰਾਪਰਟੀ ਡੀਲਰ ਹੈ। ਕਾਫੀ ਦੇਰ ਤੋਂ ਉਹ ਖਰੜ ਪ੍ਰਾਪਰਟੀ ਡੀਲਰ ਦਾ ਕੰਮ ਕਰਦੀ ਹੈ। ਲੈਣ ਦੇਣ ਦਾ ਜਿਹੜਾ ਹੈਗਾ ਉਹ ਵੀ ਦੱਸਿਆ ਜਾ ਰਿਹਾ ਕਿ ਉਹਨਾਂ ਦਾ ਆਪਸ 'ਚ ਲੈਣ ਦੇਣ ਦਾ ਪਹਿਲਾਂ ਇਹ ਸ਼ੇਅਰਿੰਗ 'ਚ ਕੰਮ ਕਰਦੇ ਸੀ। ਲੇਕਿਨ ਹੁਣ ਜਿਹੜੀ ਤਾਬੜਤੋੜ ਫਾਇਰਿੰਗ ਹੋਈ ਹੈ, ਜਿਹੜਾ ਗੁੰਡਾਗਰਦੀ ਹੋਈ ਹੈ, ਇਹਦੇ ਵਿੱਚ ਹਜੇ ਤੱਕ ਕੋਈ ਗ੍ਰਿਫਤਾਰੀ ਜਿਹੜੀ ਹੈ ਉਹ ਨਹੀਂ ਹੋਈ ਹੈ। ਤੇ ਹੁਣ ਪੁਲਿਸ ਜਿਹੜੀ ਹੈ ਇਨਵੈਸਟੀਗੇਸ਼ਨ ਦਾ ਨਾਲ ਲੈ ਕੇ ਜਾਂਚ ਦੀ ਗੱਲ ਕਰ ਰਹੀ ਹੈ। अमृत जी मनोज, शुक्रिया फिलहाल इस तमाम जानकारी दे लई। तां कानून व्यवस्था ते सवाल खड़े हुए ने क्योंकि मोहाली दे विच कोई पहला मामला नहीं है, बल्कि आए दिन इत्थे शरेआम गुंडागर्दी दीयां तस्वीरां सामने आउंदियां रहिंदियां ने। फिलहाल जिवें मनोज ने जानकारी दी, इस मामले दे विच कल रात तक तां कोई गिरफ्तारी नहीं हुई सी, पर पुलिस हुण इस मामले दे विच जांच दी गल आख रही है। गल करते हैं अमृतसर की, जिथे कातलों ने खौफनाक तरीके दे नाल एक कतल की वारदात नूं अंजाम दिता। शक के आधार पर कतल किया ते लाश के टुकड़े बोरी च बन के गटर च सुट दिते। देखो दिल नूं दहला देण वाली ये रिपोर्ट। मौत दा अजिहा मंजर जिस नूं सुन के ते वेख के तुहाडे भी रौंगटे खड़े हो जाणगे। तस्वीरां ने अमृतसर दियां। एक मुलजम जिस दे हथ दे विच हथ घड़ी नजर आ रही है। ते नाल ने उसदे साथी जिन्हां दे हथ गटर वल वध रहे ने ते कुछ बाहर कड्ढण दी कोशिश हो रही है। ये ना तो कोई सफाई कर्मचारी ने ते ना ही गटर दी सफाई की जा रही है। ये उही बोरी है जिस दे विच एक लाश दे टुकड़े ने। हथ घड़ी वाला उही मुलजम है जिसने कतल करने के बाद लाश गटर दे विच सुट दित्ती। हुण तुहानूं पूरे मामले तो भी वाकिफ करवा दिंदे हां। दरअसल 17 मार्च नूं नारायणगढ़ तो शिवम नाम का शख्स घर तो लापता होया सी, जिसका कतल इस ही संजय नाम के शख्स के वल्लों अपने साथी मंजू नाल मिल के किया गया। उन्हें आके सानू थाने आके दस्सिया कि उन्होंने शक है कि इनू एक संजय मंजू ते ललित नाम का व्यक्ति हैगा, जिहदे नाल इन्हां दा आपस दे विच कोई तकरार चलदा सी किसी गल नूं लैके। ते सानू शक है कि उन्होंने इन्हां दा कतल ना कर दिता होवे। ते SHO साहब ने सीक्रेट इन्फॉर्मेशन दे उत्ते संजय नूं अज उत्थों अरैसट किया धारां वाले पुल तो। हुण तुहानूं कतल की वजह तो भी वाकिफ करवा दिंदे हां। दरअसल मुलजम संजय की पत्नी दे मृतक शिवम महाजन दे नाल प्रेम संबंध सन ते संजय की पत्नी तलाक दे के अपने प्रेमी नाल ही घर बसाउणा चाहुंदी सी। जदों इस सब तो संजय वाकिफ होया तां अपनी पत्नी दे प्रेमी दे कतल की पूरी साजिश रची गई।
ਕਤਲ ਕਰਕੇ ਲਾਸ਼ ਇਸੇ ਹੀ ਗਟਰ ਦੇ ਵਿੱਚ ਸੁੱਟ ਦਿੱਤੀ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਤੇ ਉਸ ਦੀ ਹੀ ਨਿਸ਼ਾਨਦੇਹੀ ਤੇ ਸ਼ਿਵਮ ਮਹਾਜਨ ਦੀ ਲਾਸ਼ ਬਰਾਮਦ ਕੀਤੀ ਗਈ। ਪੁੱਛਗਿੱਛ ਦੇ ਵਿੱਚ ਸਾਰਾ ਕੁਝ ਦੱਸਿਆ ਹੈ ਕਿ ਜਿਹੜੀ ਉਹਦੀ ਵਾਈਫ ਸੀਗੀ, ਉਹਦਾ ਡਿਵੋਰਸ ਚੱਲਦਾ ਸੀ ਆਪਸ 'ਚ, ਉਹਦੇ ਸੰਬੰਧ ਸੀਗੇ ਜੀ ਸ਼ਿਵਮ ਮਹਾਜਨ ਦੇ ਨਾਲ, ਜਿਹਨੂੰ ਉਹਨੇ ਮਾਰ ਦਿੱਤਾ। ਇਹਨਾਂ ਨੇ ਇੱਕ ਹਨੀ ਟਰੈਪ ਲਗਾ ਕੇ ਮੰਜੂ ਨਾਂ ਦੀ ਲੜਕੀ ਨੂੰ ਨਾਲ ਲੈ ਕੇ ਤੇ ਆਪਣੇ ਕੋਲ ਉਹਨੂੰ ਬੁਲਾਇਆ ਤੇ ਉਸ ਦਿਨ ਉਹਨੂੰ ਰਾਤ ਨੂੰ ਕਤਲ ਕਰ ਦਿੱਤਾ। ਉੱਥੇ ਮੁਲਜ਼ਮ ਨੇ ਖੁਦ ਕਬੂਲਿਆ ਕਿ ਉਸਨੇ ਇਸ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। सर मेरे ससुराल में भी 5 लाख की चिट्ठी आई थी। हाँ। तो क्यों मारा था उसको? किसने मिलकर साथ मारा उसको? सर मैंने अकेले मारा है। हाँ? अकेले ही मारा था? जो लड़की है वो उसका क्या रोल है इसमें? लड़की का रोल क्या है उसमें? लड़की का रोल क्या है उसमें? उसका कोई रोल नहीं है। एक जना आप कौन लगते हो उसके जिसको मारा है? सर मैं उसका कोई नहीं लगता हूँ। अच्छा। ਕਤਲ ਮਾਮਲੇ ਦੇ ਵਿੱਚ ਜੋ ਖੁਲਾਸਾ ਹੋਇਆ ਉਹ ਵਾਕਈ ਹੈਰਾਨ ਕਰਨ ਵਾਲਾ ਹੈ। ਕਿਵੇਂ ਮੁਲਜ਼ਮ ਆਪਣੀ ਪਤਨੀ ਦੇ ਪ੍ਰੇਮੀ ਦੇ ਨਾਲ ਸਬੰਧਾਂ ਤੋਂ ਨਿਰਾਸ਼ ਹੋਇਆ ਤੇ ਖੌਫਨਾਕ ਵਾਰਦਾਤ ਨੂੰ ਅੰਜਾਮ ਦੇ ਦਿੱਤਾ। ਅੰਮ੍ਰਿਤਸਰ ਤੋਂ ਅਮਿਤ ਸ਼ਰਮਾ, ਨਿਊਜ਼ 18 ਪੰਜਾਬ। ਤੇ ਗੱਲ ਕਰਦੇ ਹਾਂ ਪਾਣੀਪਤ ਦੀ, ਜਿੱਥੇ ਪਿਛਲੇ ਦਿਨੀ 3 ਕੰਕਾਲ ਮਿਲੇ ਸੀ ਤੇ ਹੁਣ ਇਸ ਬਾਰੇ ਜੋ ਖੁਲਾਸੇ ਹੋਏ ਨੇ ਉਹ ਰੌਂਗਟੇ ਖੜੇ ਕਰ ਦੇਣ ਵਾਲੇ ਨੇ। ਮਾਮਲਾ ਪੂਰੇ ਪਰਿਵਾਰ ਦੇ ਕਤਲ ਦਾ ਹੈ ਤੇ ਕਤਲ ਵੀ ਪਰਿਵਾਰ ਦੇ ਮੁਖੀ ਨਹੀਂ ਕੀਤਾ। ਕਿਉਂ? ਦੇਖੋ ਇਸ ਰਿਪੋਰਟ ਤੇ ਰਾਹੀਂ। ਇਹ ਤਸਵੀਰਾਂ ਨੇ ਪਾਣੀਪਤ ਦੀਆਂ, ਜਿੱਥੇ 3 ਕੰਕਾਲ ਮਿਲਣ ਦੇ ਮਾਮਲੇ 'ਚ ਅਜਿਹਾ ਖੁਲਾਸਾ ਹੋਇਆ ਜਿਸ ਨੂੰ ਸੁਣ ਕੇ ਤੁਹਾਡੇ ਵੀ ਰੌਂਗਟੇ ਖੜੇ ਹੋ ਜਾਣਗੇ। ਗੱਲ ਖੁਲਾਸੇ ਦੀ ਵੀ ਕਰਾਂਗੇ, ਪਰ ਇਸ ਤੋਂ ਪਹਿਲਾਂ ਤੁਹਾਨੂੰ ਅਸਲ ਜੜ ਤੋਂ ਵੀ ਵਾਕਿਫ ਕਰਵਾ ਦਿੰਦੇ ਹਾਂ। ਪੂਰਾ ਮਾਮਲਾ ਪਾਣੀਪਤ ਦੇ ਬਬੇਲ ਰੋਡ ਦਾ ਹੈ, ਜਿੱਥੇ ਪਿਛਲੇ ਦਿਨੀ ਜਦੋਂ ਇੱਕ ਘਰ ਦੀ ਖੁਦਾਈ ਕੀਤੀ ਜਾ ਰਹੀ ਸੀ ਤਾਂ ਮਜ਼ਦੂਰਾਂ ਦੇ ਵੀ ਹੋਸ਼ ਉੱਡ ਗਏ, ਹੱਕੇ ਬੱਕੇ ਰਹਿ ਗਏ, ਜਿਸ ਦੇ ਬਾਅਦ ਇਲਾਕੇ ਦੇ ਵਿੱਚ ਸਨਸਨੀ ਫੈਲ ਗਈ। ਪੁਲਿਸ ਵੀ ਮੌਕੇ ਤੇ ਪਹੁੰਚੀ ਤੇ ਜਾਂਚ ਸ਼ੁਰੂ ਹੋਈ ਤੇ ਆਖਰਕਾਰ ਪੁਲਿਸ ਨੇ ਕੰਕਾਲ ਮਿਲਣ ਦੀ ਗੁੱਥੀ ਨੂੰ ਸੁਲਝਾ ਲਿਆ ਤੇ ਜੋ ਖੁਲਾਸਾ ਹੋਇਆ ਉਹ ਹੈਰਾਨ ਕਰ ਦੇਣ ਵਾਲਾ ਹੈ। ਰਿਸ਼ਤੇ ਤਾਰ-ਤਾਰ ਹੋਏ ਨੇ। 2.5 ਸਾਲ ਪਹਿਲਾਂ ਮਕਾਨ ਵੇਚਣ ਵਾਲਾ ਸ਼ਖਸ ਹੀ ਮੁੱਖ ਮੁਲਜ਼ਮ ਨਿਕਲਿਆ। ਕਲਯੁਗੀ ਪਿਤਾ ਹੀ ਆਪਣੇ 2 ਬੱਚਿਆਂ ਤੇ ਪਤਨੀ ਦਾ ਕਾਤਲ ਬਣ ਗਿਆ। ਲਓ ਤੁਸੀਂ ਵੀ ਸੁਣੋ ਮੁਲਜ਼ਮ ਦਾ ਕਬੂਲਨਾਮਾ। मैंने शादी कर रखी थी। शादी करके, और वो जो बेटा था वो सगा था आपका? नहीं, सगा नहीं था। वो किसका बेटा था? वो नहीं करा पहला। और एक और जो मारी थी बच्चा एक और था? वो भी पहला ही था। वो भी पहले था। शादी कैसे हुई थी? शादी निकाह करा था सर, बहुत पछतावा है सर। तो फिर मारा क्यों? बस गलती इंसान से होती है, इंसान गलती से ही बना हुआ है। दबाया कैसे था? फोर्थ का दबाया था। अच्छा। ਮੁਲਜ਼ਮ ਅਹਿਸਾਨ ਸੇਫੀ ਜੋ ਪਹਿਲਾਂ ਹੀ ਵਿਆਹ ਹੋਇਆ ਸੀ, 3 ਸਾਲ ਪਹਿਲਾਂ ਹੀ ਦੂਜਾ ਵਿਆਹ ਕਰਵਾ ਲਿਆ ਗਿਆ ਤੇ ਇਸ ਵਿਆਹ ਦੇ ਵਿੱਚ ਰੋੜਾ ਬਣਦਾ ਵੇਖ ਪਤਨੀ ਤੇ ਆਪਣੇ 2 ਬੱਚਿਆਂ ਨੂੰ ਹੀ ਮੌਤ ਦੇ ਘਾਟ ਉਤਾਰ ਦਿੱਤਾ, ਜਿਸ ਨੇ ਪਹਿਲਾਂ ਦੁੱਧ ਦੇ ਵਿੱਚ ਨੀਂਦ ਵਾਲੀਆਂ ਗੋਲੀਆਂ ਦਿੱਤੀਆਂ, ਫਿਰ ਕਮਰੇ ਦੇ ਵਿੱਚ ਅੰਗੀਠੀ ਬਾਲੀ ਗਈ ਤੇ ਫਿਰ ਸਵੇਰੇ ਮੌਤ ਦੇ ਬਾਅਦ ਘਰ ਦੇ ਅੰਦਰ ਹੀ ਢੋਵਾ ਖੋਦਿਆ ਗਿਆ ਤੇ ਲਾਸ਼ਾਂ ਨੂੰ ਦਬਾ ਦਿੱਤਾ ਗਿਆ ਤੇ ਕੁਝ ਸਮੇਂ ਬਾਅਦ ਹੀ ਮਕਾਨ ਵੇਚ ਕੇ ਫਰਾਰ ਹੋ ਗਿਆ ਤੇ ਹੁਣ ਤੀਜਾ ਵਿਆਹ ਕਰਵਾ ਕੇ ਉੱਤਰ ਪ੍ਰਦੇਸ਼ ਦੇ ਭਦੋਹੀ ਵਿੱਚ ਰਹਿ ਰਿਹਾ ਸੀ। ਪੁਲਿਸ ਨੇ ਅਦਾਲਤ ਦੇ ਵਿੱਚ ਪੇਸ਼ ਕਰਕੇ ਮੁਲਜ਼ਮ ਦਾ 10 ਦਿਨ ਦਾ ਰਿਮਾਂਡ ਹਾਸਲ ਕਰ ਲਿਆ। कि जब उन गोलियों से ही इसकी डेथ हो गई थी, लेकिन अभी हम पूरा विश्वास इसके ऊपर नहीं कर रहे हैं। अभी फर्दर पूछताछ के लिए 10 दिन हमने इसलिए रिक्वेस्ट की थी कोर्ट से कि ताकि सारी चीज़ें क्लियर हो जाए कि कौन कौन इसमें इन्वॉल्व है। इतना बड़ा हत्याकांड है, बड़ी सनसनी पानीपत में इस बात को लेकर फैली हुई है, तो हम पूरी गहराई से इससे और पूछताछ करें। क्या लगता है सर कोई और भी होगा इसके साथ? अवश्य मिलेगा, हो सकता है, और पूछताछ कर रहे हैं। जो भी इसमें आएंगे, जिस पर भी हमें शंका होगी कि किसी प्रकार से भी उसकी इन्वॉल्वमेंट रही है तो हम गिरफ्तार करेंगे। ਮੁਲਜ਼ਮ ਹੁਣ ਪੁਲਿਸ ਦੇ ਸ਼ਿਕੰਜੇ ਵਿੱਚ ਆ ਚੁੱਕਾ ਹੈ ਤੇ ਰਿਮਾਂਡ ਦੌਰਾਨ ਪੁਲਿਸ ਵੱਲੋਂ ਹੋਰ ਵੀ ਕਈ ਰਾਜ ਖੰਗਾਲੇ ਜਾਣਗੇ ਤੇ ਕਈ ਹੋਰ ਖੁਲਾਸੇ ਵੀ ਹੋ ਸਕਦੇ ਨੇ। ਪਾਣੀਪਤ ਤੋਂ ਸੁਮਿਤ, ਨਿਊਜ਼ 18 ਪੰਜਾਬ।
ਤੇ ਕੋਵਿਡ-19 ਮਹਾਮਾਰੀ ਦੀ ਗੱਲ ਕਰਦੇ ਹਾਂ ਜਿਸ ਨੇ ਆਪਸੀ ਨਿਰਭਰਤਾ ਦੀ ਭਾਵਨਾ ਨੂੰ ਮਜ਼ਬੂਤ ਕੀਤਾ ਹੈ ਤਾਂ ਜੋ ਪੂਰਾ ਦੇਸ਼ ਇਸ ਮੁਸੀਬਤ ਦਾ ਇਕਜੁੱਟ ਹੋ ਕੇ ਮੁਕਾਬਲਾ ਕਰ ਸਕੇ। ਵੈਕਸੀਨੇਸ਼ਨ ਦੇ ਆਗਾਜ਼ ਤੋਂ ਬਾਅਦ ਜ਼ਰੂਰਤ ਹੈ ਕਿ ਅਸੀਂ ਆਪਣਾ ਮੋਰੀ ਯੋਗਦਾਨ ਦਈਏ। ਨੈਟਵਰਕ 18 ਇਸ ਮੁਹਿੰਮ 'ਚ ਹਰ ਕਦਮ ਤੇ ਤੁਹਾਡੇ ਨਾਲ ਹੈ। ਇਸੇ ਸੋਚ ਦੇ ਆਧਾਰ ਤੇ ਕੈਂਪੇਨ ਸੰਜੀਵਨੀ ਦਾ ਉਦੇਸ਼ ਇਹ ਸੁਨਿਸ਼ਚਿਤ ਕਰਨਾ ਹੈ ਕਿ ਵੈਕਸੀਨ ਪਾਉਣਾ ਸਾਰੇ ਭਾਰਤੀਆਂ ਦਾ ਅਧਿਕਾਰ ਹੈ।